ਅੱਜ ਦੇ ਦਿਨ ਦੀ ਸਭ ਤੋਂ ਵੱਡੀ ਖਬਰ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਹੈ, ਜਿੱਥੇ ਸਿੱਖਾਂ ਦੇ ਮੁਕੱਦਸ ਅਸਥਾਨ ਦੇ ਦਰਬਾਰ ਦੇ ਅੰਦਰ ਬੇਅਦਬੀ ਦੀ ਘਟਨਾ ਵਾਪਰੀ ਹੈ। ਲੰਘੀ ਸ਼ਾਮ ਨੂੰ ਵੇਲਾ ਸੀ ਸੋਦਰ ਰਹਿਰਾਸ ਸਾਹਿਬ ਦਾ। ਸੋਦਰ ਰਹਿਰਾਸ ਸਾਹਿਬ ਦੀ ਬਾਣੀ ਪੜ੍ਹੀ ਜਾ ਰਹੀ ਸੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਗ੍ਰੰਥੀ ਭਾਈ ਬਲਜੀਤ ਸਿੰਘ ਬੜੇ ਪਿਆਰ ਦੇ ਨਾਲ, ਬੜੇ ਸਤਿਕਾਰ ਦੇ ਨਾਲ ਸੋਦਰ ਦੀ ਬਾਣੀ ਦਾ ਉਚਾਰਨ ਕਰ ਰਹੇ ਸੀ। ਅਚਾਨਕ ਜਿੱਥੇ ਮੱਥਾ ਟੇਕਦੇ ਹੈ ਉਸ ਰੇਲਿੰਗ ਤੋਂ, ਉਸ ਜੰਗਲੇ ਤੋਂ ਟੱਪ ਕੇ ਇੱਕਦਮ ਇੱਕ ਨੌਜਵਾਨ ਅੰਦਰ ਐਂਟਰ ਹੋ ਜਾਂਦਾ ਹੈ। ਬੇਅਦਬੀ ਕਰਨ ਦੀ ਪੂਰੀ ਮਨਸ਼ਾ ਦੇ ਨਾਲ ਜਾਂਦਾ ਹੈ। ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦੇਖਿਆ ਗਿਆ ਹੈ। ਇੱਕ ਤਾਂ PTC ਦੇ ਉੱਤੇ ਲਾਈਵ ਟੈਲੀਕਾਸਟ ਪੂਰੀ ਦੁਨੀਆ ਵਿੱਚ ਵਸਦੀ ਸਿੱਖ ਸੰਗਤ ਜਿਹੜੀ ਵੀ ਲਾਈਵ ਟੈਲੀਕਾਸਟ ਦੇਖ ਰਹੀ ਸੀ, ਉਸ ਨੇ ਇਹ ਦੁੱਖ ਭਰੀ ਜਿਹੜੀ ਘਟਨਾ ਹੈ ਉਹ ਆਪਣੀਆਂ ਅੱਖਾਂ ਦੇ ਨਾਲ ਦੇਖੀ। ਦੂਸਰਾ ਫਿਰ ਜੋ CCTV ਕੈਮਰੇ ਖੰਗਾਲੇ ਗਏ ਤਾਂ ਉਸ ਦੋਸ਼ੀ ਦਾ ਦੂਸਰਾ ਐਂਗਲ ਵੀ ਦੁਨੀਆ ਨੂੰ ਦਿਖ ਚੁੱਕਿਆ ਹੈ ਕਿ ਕਿਵੇਂ ਉਹ ਪੂਰੀ ਬੇਅਦਬੀ ਦੀ ਮਨਸ਼ਾ ਦੇ ਨਾਲ ਆਇਆ ਸੀ। ਜੰਗਲਾ ਟੱਪ ਕੇ ਅੰਦਰ ਐਂਟਰ ਕੀਤਾ, ਉਸਨੇ ਕਿਰਪਾਨ ਚੁੱਕੀ, ਸ੍ਰੀ ਸਾਹਿਬ ਚੁੱਕੀ, ਤੁਰੰਤ ਹਰਕਤ ਵਿੱਚ ਆ ਗਏ। ਉੱਥੇ ਸੇਵਾਦਾਰ ਜਿਹੜੇ ਸੇਵਾ ਕਰ ਰਹੇ ਹੁੰਦੇ ਨੇ ਉਹਨਾਂ ਨੇ ਦਬੋਚ ਲਿਆ, ਦਬੋਚ ਕੇ ਰੇਲਿੰਗ ਤੋਂ ਵਗਾ ਕੇ ਮਾਰਿਆ ਤੇ ਨਾਲ ਹੀ SGPC ਦੇ ਮੁਲਾਜ਼ਮ ਉਸ ਨੂੰ ਪਰਿਕਰਮਾ ਦੇ ਵਿੱਚ ਬਣੇ ਇੱਕ ਕਮਰੇ ਦੇ ਵਿੱਚ ਲੈ ਗਏ ਤੇ ਸੰਗਤ ਵੀ ਨਾਲ ਵੱਡੀ ਗਿਣਤੀ ਵਿੱਚ ਮੌਜੂਦ ਸੀ। ਸੰਗਤ ਦੇ ਦੱਸਣ ਦੇ ਮੁਤਾਬਿਕ ਦੋਸ਼ੀ ਨੂੰ ਪੁੱਛਿਆ ਗਿਆ ਕਿ ਉਸ ਨੂੰ ਕਿਸ ਨੇ ਭੇਜਿਆ ਹੈ, ਕੀ ਉਸ ਦੀ ਪਛਾਣ ਹੈ, ਪਰ ਇਹ ਜੋ ਮੀਡੀਆ ਦੇ ਵਿੱਚ ਉਹਨਾਂ ਦੇ ਬਿਆਨ ਆ ਰਹੇ ਨੇ ਉਹਨਾਂ ਤੋਂ ਪਤਾ ਲੱਗਿਆ ਕਿ ਉਸ ਦੋਸ਼ੀ ਨੇ ਆਪਣੇ ਬਾਰੇ ਕੁਝ ਵੀ ਨਹੀਂ ਦੱਸਿਆ। ਹਾਲੇ ਤੱਕ ਨਹੀਂ ਪਤਾ ਲੱਗ ਸਕਿਆ ਕਿ ਬੇਅਦਬੀ ਕਰਨ ਵਾਲਾ ਦੋਸ਼ੀ ਕਿੱਥੋਂ ਦਾ ਸੀ, ਉਸ ਦੀ ਪਛਾਣ ਕੀ ਸੀ, ਕਿਉਂਕਿ ਉਸ ਕੋਲੋਂ ਕੋਈ ਵੀ ਉਹਦਾ ਪਛਾਣ ਪੱਤਰ ਜਾਂ ਕੁਝ ਹੋਰ ਨਹੀਂ ਮਿਲਿਆ, ਨਾ ਮੋਬਾਈਲ, ਨਾ ਪਛਾਣ ਪੱਤਰ, ਕੁਝ ਵੀ ਨਹੀਂ ਸੀ। ਤੇ ਇਹ ਜਿਹੜੀ ਹਰਕਤ ਹੈ ਉਹ ਬਹੁਤ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ ਕਿ ਹੁਣ ਜਿਹੜਾ ਸਿੱਖਾਂ ਦਾ ਦੁਸ਼ਮਣ ਹੈ ਉਹ ਇਹਨਾਂ ਦੇ ਮੁਕੱਦਸ ਅਸਥਾਨ ਤੱਕ ਵੀ ਪਹੁੰਚ ਗਿਆ। ਪਿੰਡਾਂ ਤੋਂ ਬੇਅਦਬੀ ਦੀਆਂ ਘਟਨਾਵਾਂ ਸ਼ੁਰੂ ਹੋਈਆਂ ਸੀ। ਤਖਤ ਸ੍ਰੀ ਕੇਸਗੜ੍ਹ ਸਾਹਿਬ ਜਦੋਂ ਬੇਅਦਬੀ ਦੀ ਘਟਨਾ ਵਾਪਰੀ ਉਦੋਂ ਵੀ ਸ਼ਾਇਦ ਪ੍ਰਬੰਧਕ ਕਮੇਟੀ ਜਾਂ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੈਠੇ ਜਿਹੜੇ ਵੱਡੇ ਅਹੁਦਿਆਂ ਵਾਲੇ ਜਥੇਦਾਰ ਸਾਹਿਬ ਹੈਗੇ ਨੇ ਉਹਨਾਂ ਨੂੰ ਵੀ ਸ਼ਾਇਦ ਇਹ ਮਸਲਾ ਇੰਨਾ ਗੰਭੀਰ ਨਹੀਂ ਲੱਗਿਆ। ਇਸ ਕਰਕੇ ਉਸ ਮਸਲੇ ਦੇ ਵਿੱਚ ਇੰਨਾ ਵੱਡਾ ਰੋਹ ਹੈ ਜਿਹੜਾ ਉਹ ਨਹੀਂ ਸਿੱਖ ਕੌਮ ਦੇ ਅੰਦਰ ਉੱਠਿਆ। ਤੇ ਹੁਣ ਸ਼ਾਇਦ ਜ਼ਿਆਦਾਤਰ ਸਿੱਖ ਮੰਨਦੇ ਨੇ ਕਿ ਸ਼ਾਇਦ ਅਕਾਲ ਪੁਰਖ ਨੇ ਉਹਨਾਂ ਨੂੰ ਜਗਾਉਣ ਦੇ ਲਈ ਇਹ ਜਿਹੜਾ ਕਾਂਡ ਇੱਥੇ ਵਾਪਰਿਆ ਹੈ ਤੇ ਹੁਣ ਸਿੱਖਾਂ ਨੇ ਇੱਕਦਮ ਇਨਸਾਫ ਲਿਆ ਹੈ। ਹਾਲਾਂਕਿ ਉਸ ਦੋਸ਼ੀ ਦੀ ਪਛਾਣ ਕੀ ਸੀ ਇਹ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ। ਦੋਸ਼ੀ ਨੂੰ ਸੋਧਾ ਲਾਉਣ ਤੋਂ ਬਾਅਦ ਉਸ ਦੀ ਲਾਸ਼ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਸੰਗਤਾਂ ਨੇ ਦੱਸਿਆ ਕਿ ਜਦੋਂ ਉਸ ਨੂੰ ਦਬੋਚ ਲਿਆ ਸੀ ਤਾਂ ਪੁੱਛਗਿੱਛ ਦੇ ਵਿੱਚ ਉਹਦੀ ਕੁੱਟਮਾਰ ਹੋਈ ਹੈ ਤੇ ਸੰਗਤ ਨੇ ਕੜਿਆਂ ਦੇ ਨਾਲ ਹੀ ਕੁੱਟ ਕੇ ਉਸ ਨੂੰ ਇੰਨਾ ਕੁ ਜ਼ਖਮੀ ਕਰ ਦਿੱਤਾ ਕਿ ਉਸ ਦੀ ਮੌਤ ਹੋ ਗਈ। ਉਸ ਤੋਂ ਬਾਅਦ ਉਸ ਦੀ ਲਾਸ਼ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੋਮਣੀ ਕਮੇਟੀ ਦਾ ਜਿਹੜਾ ਦਫ਼ਤਰ ਹੈ ਉੱਥੇ ਰੱਖਿਆ ਗਿਆ ਤੇ ਇੱਥੇ SGPC ਦੇ ਜੋ ਹਰਮੰਦਰ ਸਾਹਿਬ ਦੇ ਮੈਨੇਜਰ ਥਾਪੇ ਗਏ ਨੇ ਉਹਨਾਂ ਦੇ ਨਾਅਰੇ ਵੀ ਲਾਏ ਗਏ, SGPC ਪ੍ਰਧਾਨ ਦੇ ਨਾਮ ਦੇ ਨਾਅਰੇ ਵੀ ਲਾਏ ਗਏ। ਹਾਲਾਂਕਿ ਸੰਗਤ ਦੱਸਦੀ ਹੈ ਕਿ ਸੰਗਤ ਦੇ ਵੱਲੋਂ ਕੁੱਟ ਕੇ ਉਸ ਨੂੰ ਸਜ਼ਾ ਜਿਹੜੀ ਉਹ ਦਿੱਤੀ ਗਈ, ਕਿਉਂਕਿ ਪਿਛਲਾ ਜੇ ਰਿਕਾਰਡ ਦੇਖ ਲਈਏ ਤਾਂ ਜਿੰਨੇ ਵੀ ਕੇਸ ਹੁਣ ਤੱਕ ਆਏ ਨੇ ਸਭ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈਂਦੇ, ਯਾਨੀ ਕਿ ਸਿੱਖ ਰਵਾਇਤਾਂ ਦੇ ਮੁਤਾਬਿਕ ਉਹਨਾਂ ਨੇ ਅੱਜ ਤੱਕ ਕਦੇ ਇਨਸਾਫ ਨਹੀਂ ਕੀਤਾ। ਉਹ ਫੜ ਕੇ ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਹੁੰਦੇ ਨੇ। ਪੁਲਿਸ ਹੈ ਜਿਹੜੀ ਉਸਨੇ ਕਦੇ ਵੀ ਅੱਜ ਤੱਕ ਕੋਈ ਮਿਸਾਲੀ ਜਿਹੜੀ ਸਜ਼ਾ ਹੈਗੀ ਹੈ ਬੇਅਦਬੀ ਦੇ ਦੋਸ਼ੀਆਂ ਨੂੰ ਨਹੀਂ ਦਿੱਤੀ, ਜਦ ਕਿ ਸਿੱਖ ਮੰਨਦੇ ਨੇ ਕਿ ਉਹਨਾਂ ਦੇ ਲਈ ਸਭ ਤੋਂ ਵੱਡਾ ਉਹਨਾਂ ਦਾ ਇਸ਼ਟ ਹੈ, ਉਹਨਾਂ ਦਾ ਇਸ਼ਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਸਭ ਤੋਂ ਉੱਤੇ ਹੈ, ਸਭ ਕਾਸੇ ਤੋਂ ਉੱਪਰ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਿੱਖ ਕਦੇ ਬਰਦਾਸ਼ਤ ਨਹੀਂ ਕਰ ਸਕਦਾ। ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਂ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਇਹ ਸਿੱਖਾਂ ਦੇ ਆਜ਼ਾਦ ਜਿਹੜੇ ਸਥਾਨ ਹੈਗੇ ਨੇ, ਇੱਥੇ ਕਿਸੇ ਵੀ ਦੁਨਿਆਵੀ ਹਾਕਮ ਦੀ ਹੁਕੂਮਤ ਨਹੀਂ ਚੱਲ ਸਕਦੀ। ਸੋ ਇੱਥੇ ਇਨਸਾਫ ਹੋਇਆ ਹੈ ਤੇ ਇੱਥੇ ਇਨਸਾਫ ਕਰਨਾ ਸਿੱਖਾਂ ਦਾ ਹੱਕ ਵੀ ਹੈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਨਸਾਫ ਹੋਇਆ ਹੈ ਉਸ ਤੇ ਸਿੱਖ ਕੌਮ ਪੂਰੀ ਤਰ੍ਹਾਂ ਦੇ ਨਾਲ ਇਕਜੁੱਟ ਦਿਖੀ ਹੈ। ਕੱਲੀ ਸਿੱਖ ਕੌਮ ਹੀ ਨਹੀਂ, ਜਿਹੜੇ ਵੀ ਧਰਮ ਦੇ ਲੋਕ ਆਪਣੇ ਇਸ਼ਟ ਨੂੰ ਆਪਣਾ ਸਭ ਕੁਝ ਮੰਨਦੇ ਨੇ ਉਹਨਾਂ ਨੇ ਵੀ ਇਸ ਕਾਰਵਾਈ ਦੇ ਨਾਲ ਸੰਤੁਸ਼ਟੀ ਜਤਾਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੂਰੀ ਸਿੱਖ ਕੌਮ ਦੇ ਹਿਰਦੇ ਇਸ ਘਟਨਾ ਦੇ ਨਾਲ ਵਲੂੰਦਰੇ ਗਏ ਨੇ ਅਤੇ ਦੋਸ਼ੀ ਨੂੰ ਜੋ ਸਜ਼ਾ ਮਿਲਣੀ ਚਾਹੀਦੀ ਸੀ ਉਹ ਉਸ ਨੂੰ ਦੇ ਦਿੱਤੀ ਗਈ ਹੈ। ਅੱਜ ਇਹ ਬੜੀ ਵੱਡੀ ਸੋਚੀ ਸਮਝੀ ਸਾਜ਼ਿਸ਼ ਤਹਿਤ ਆਇਆ। ਅਸੀਂ ਇਹਦੀ ਡੰਗਾਈ ਦੇ ਨਾਲ ਸੀਸੀਟੀਵੀ ਫੁਟੇਜ ਤੋਂ ਮੁੰਡੇ ਲਾਏ ਆ ਸਾਰੇ ਵੀ ਤੁਸੀਂ ਜਾ ਕੇ ਇਹਦੀ ਸਵੇਰ ਤੋਂ ਦੇਖੋ ਕਦੋਂ ਦਾ ਇਹ ਬੜਿਆ, ਕਿੰਨੇ ਵਜੇ ਐਂਟਰ ਹੋਇਆ, ਕਿੰਨੇ ਵਜੇ ਇਹਦੇ ਨਾਲ ਕੋਈ ਹੋਰ ਬੰਦਾ ਆਇਆ, ਉਹ ਸਾਰੀ ਤਹਿਕੀਕਾਤ ਕਰਾਂਗੇ। ਮੈਂ ਸਮਝਦਾ ਬੜੀ ਵੱਡੀ ਇੱਕ ਸਾਜ਼ਿਸ਼ ਹੋ ਰਹੀ ਆ, ਪਰ ਸੰਗਤ ਨੂੰ ਬੇਨਤੀ ਕਰਦਾ ਕਿ ਗੁਰੂ ਸਾਹਿਬ ਕਿਰਪਾ ਕਰਨ, ਆਪਾਂ ਜਜ਼ਬਾਤਾਂ ਦੇ ਵਿੱਚ ਨਹੀਂ ਆ ਕੇ ਕਰਨਾ। ਜਿਹੜਾ ਉਹਨੇ ਉੱਥੇ ਜ਼ੁਲਮ ਕੀਤਾ ਉਹਦੀ ਗੁਰੂ ਸਾਹਿਬ ਨੇ ਆਪ ਹੀ ਉਹਨੂੰ ਸਜ਼ਾ ਦੇ ਦਿੱਤੀ ਆ। ਤੇ ਮੈਂ ਸਰਕਾਰ ਤੋਂ ਵੀ ਮੰਗ ਕਰਦਾ ਕਿ ਤੁਸੀਂ ਜੇ ਇਹ ਨਾ ਇਨਸਾਫ ਨੂੰ ਠੱਲ ਪਾਈ ਤੇ ਫਿਰ ਲੋਕ ਇਨਸਾਫ ਆਪ ਹੀ ਦੇ ਦਿੰਦੇ ਆ, ਤੇ ਜਿਹੜੀ ਗੁਰੂ ਦੀ ਕਚਹਿਰੀ ਦੀ ਸਜ਼ਾ ਆ ਇਹ ਤਾਂ ਫਿਰ ਆਪਾਂ ਜਾਣਦੇ ਹੀ ਆ, ਤੋੜ ਤੱਕੇ ਚੱਲਦੀ ਆ। ਸੋ ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ। ਸੰਗਤ ਨੂੰ ਤਹਿ ਦਿਲੋਂ ਮੈਂ ਇਹ ਬੇਨਤੀ ਕਰਦਾ ਕਿ ਕਈ ਵਾਰੀ ਮੀਡੀਆ ਰਾਹੀਂ ਜਾਂ ਹੋਰ ਰਾਹੀਂ ਸਾਰਾ ਸੀਸੀਟੀਵੀ ਫੁਟੇਜ ਦੇ ਵਿੱਚ ਲਾਈਵ ਟੈਲੀਕਾਸਟ ਚੱਲਦਾ ਸੀ, ਉਹ ਸਾਰਾ ਲਾਈਵ ਟੈਲੀਕਾਸਟ ਆਪਾਂ ਦੇਖਿਆ ਆ ਵੀ ਕਿਵੇਂ ਨੇ ਉਹ ਸਾਰੀ ਘਟਨਾ ਕੀਤੀ ਆ। ਪਰ ਗੁਰੂ ਸਾਹਿਬ ਜੀ ਦੀ ਬੇਅਦਬੀ ਤੋਂ ਬਚ ਗਏ। ਸਤਰਕ ਜਿਹੜੇ ਉੱਥੇ ਸਾਡੇ ਸੇਵਾਦਾਰ ਉਹ ਨਹੀਂ ਫੜ ਲਿਆ, ਸੋ ਉਹਦੀ ਜਿਹੜੀ ਉਹਦੇ ਕੀਤੇ ਦੀ ਸਜ਼ਾ ਮਿਲ ਗਈ। ਸਰਕਾਰ ਹੁਣ ਆਪਣਾ ਜਿਹੜਾ ਹੈਗਾ ਰੋਲ ਅਦਾ ਕਰੇ। ਉਹ ਰੋਲ ਕੀ ਆ ਵੀ ਇਹਦਾ ਸਾਰੇ ਦਾ ਸਾਰਾ ਪਤਾ ਕਰੇ। ਜਿੱਥੋਂ ਸਾਡੇ ਕੋਲੋਂ ਕੋਈ ਇਨਫੋਰਮੇਸ਼ਨ ਲੈਣੀ ਆ, ਉਹ ਸਾਡੀ ਸੀਸੀਟੀਵੀ ਫੁਟੇਜ ਜਿਹੜੀ ਸਾਡੇ ਕੋਲ ਆਲਰੇਡੀ ਪਈ ਆ ਉਹਦਾ ਅਸੀਂ ਕੋਆਪਰੇਸ਼ਨ ਕਰਾਂਗੇ। ਤੇ ਜਿਹੜੇ ਇਹ ਆ ਸਰਕਾਰ ਦੇਖੋ, ਮੈਂ ਇੱਕ ਸਤਰਕ ਤੌਰ ਦੇ ਉੱਤੇ ਸਖਤ ਤਾੜਨਾ ਵੀ ਕਰਦਾ ਭਈ ਜੇ ਆਪਾਂ ਇਦਾਂ ਦੇ ਇੰਸੀਡੈਂਟ ਪਹਿਲਾਂ ਤਖਤ ਕੇਸਗੜ੍ਹ ਤੇ ਹੋ ਗਈ, ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਆ ਹੁਣ ਆਉਣ ਵਾਲੀ, ਕਿਉਂਕਿ ਚੋਣ ਆ ਗਈ ਆ ਤੇ ਚੋਣ ਸਮੇਂ ਇਹਨਾਂ ਦੇ ਵਿੱਚ ਤੇਜ਼ੀ ਆ ਗਈ ਆ। ਇਹ ਤੋਂ ਸਤਰਕ ਹੋਵੋ, ਲੋਕਾਂ ਦੇ ਜਜ਼ਬਾਤਾਂ ਨੂੰ ਨਾ ਭੜਕਾਓ, ਨਹੀਂ ਤਾਂ ਅੱਗੇ ਆਪਾਂ ਹਾਲ ਦੇਖੇ ਆ ਕਿਵੇਂ ਗੁਰੂ ਦੀ ਬੇਅਦਬੀ ਨੂੰ ਕਿਸੇ ਸਿੱਖ ਨੇ ਜਾਂ ਕਿਸੇ ਸੰਗਤ ਨੇ ਬਰਦਾਸ਼ਤ ਨਹੀਂ ਕਰਨਾ। ਸੋ ਇਹਨਾਂ ਨੂੰ ਤੁਰੰਤ ਸਰਕਾਰ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ, ਪੁਲਿਸ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ। ਇਹ ਸਾਜ਼ਿਸ਼ ਜਿਹੜੀ ਆ ਪੁਰਜ਼ੋਰ ਮੇਰੀ ਮੰਗ ਆ ਵੀ ਇਹਨੂੰ ਨੰਗਾ ਕਰਕੇ ਇਹ ਕਿੱਥੋਂ ਬੰਦਾ ਆਇਆ ਤੇ ਇਹਦਾ ਪਿਛੋਕੜ ਕੀ ਆ ਤੇ ਕਿੱਥੇ ਇਹਦਾ ਲਿੰਕ ਜਾ ਕੇ ਜੁੜਿਆ, ਉਹ ਜਿਹੜਾ ਜ਼ਰੂਰ ਪਤਾ ਕਰਨਾ ਚਾਹੀਦਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਘਟਨਾ ਤੋਂ ਬਾਅਦ ਤੁਰੰਤ ਮੀਡੀਆ ਨੂੰ ਮੁਖਾਤਿਬ ਹੋਏ ਨੇ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਘਟਨਾ ਤੇ ਕੀ ਪ੍ਰਤੀਕਰਮ ਦਿੱਤਾ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਇੱਕ ਹੋਰ ਬੇਅਦਬੀ ਕਰਨ ਦਾ ਯਤਨ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਦਿਲ ਹੈ ਤੇ ਸਿੱਖਾਂ ਦੇ ਦਿਲ ਦੇ ਉੱਤੇ ਪੈਰ ਰੱਖ ਕੇ ਕੋਈ ਇਹ ਆਸ ਰੱਖੇ ਕਿ ਮੈਂ ਜ਼ਿੰਦਗੀ ਜਿਉ ਲੂੰਗਾ ਤੇ ਉਹਦੀ ਗਲਤ ਫਹਿਮੀ ਹੈ। ਵੱਡੇ ਵੱਡੇ ਹਮਲਾਵਰ ਅਬਦਾਲੀ ਵਰਗੇ ਇਸ ਸਥਾਨ ਦੇ ਉੱਤੇ ਚੜ੍ਹ ਕੇ ਆਏ, ਇੰਦਰਾ ਗਾਂਧੀ ਚੜ੍ਹ ਕੇ ਆਈ, ਜਿਹਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਆਪਣਾ ਨਾਪਾਕ ਹਮਲਾ ਕਰਕੇ ਆਪਣੇ ਆਪ ਨੂੰ ਜੇਤੂ ਤੇ ਬਹਾਦਰ ਸਾਬਤ ਕਰਨ ਦਾ ਯਤਨ ਕੀਤਾ, ਪਰ ਸਿੱਖਾਂ ਨੇ ਬਰਦਾਸ਼ਤ ਨਹੀਂ ਕੀਤਾ। ਗੁਰੂ ਵੱਲ ਕੋਈ ਨਿਮਰਤਾ ਦੇ ਨਾਲ ਆਵੇ, ਕੋਈ ਸੀਸ ਝੁਕਾਵੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਕੋਈ ਅਰਦਾਸ ਕਰੇ ਤੇ ਇੱਥੇ ਸਭਨਾਂ ਦੀਆਂ ਭਾਵਨਾਵਾਂ ਦੀ ਪੂਰਤੀ ਵੀ ਹੁੰਦੀ ਹੈ, ਅਰਦਾਸਾਂ ਨੂੰ ਫਲ ਲੱਗਦੇ ਨੇ। ਇੱਥੇ ਗੁੰਗੇ ਜਿਹੜੇ ਨੇ ਉਹ ਬੋਲਦੇ ਦੇਖੇ ਗਏ ਨੇ ਔਰ ਬੋਲੇ ਜਿਹੜੇ ਨੇ ਉਹਨਾਂ ਨੂੰ ਸੁਣਾਈ ਦਿੰਦਾ ਇੱਥੇ ਪ੍ਰਤੱਖ ਜਿਹੜਾ ਹੈ ਉਹ ਸਾਬਤ ਹੋਇਆ। ਪਰ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਕਿਸੇ ਨੇ ਕੈਰੀ ਨਿਗਾਹ ਨਾਲ ਵੇਖਣ ਦਾ ਯਤਨ ਕੀਤਾ ਤਾਂ ਸਿੱਖ ਪੰਥ ਨੇ ਹਮੇਸ਼ਾ ਜਿਹੜਾ ਹੈ ਉਸ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਔਰ ਅੱਗੋਂ ਨੂੰ ਵੀ ਜਵਾਬ ਦੇਵੇਗਾ। ਤੇ ਮੈਂ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਇਹ ਅਪੀਲ ਕਰਦਾ ਕਿ ਇਲੈਕਸ਼ਨ ਦਾ ਦੌਰ ਹੈ ਔਰ ਇਸ ਦੌਰ ਦੇ ਵਿੱਚ ਜੋ ਇਹ ਘਟੀਆ ਹਰਕਤਾਂ ਜਿਹੜੀਆਂ ਨੇ ਕਰਵਾਈਆਂ ਜਾ ਰਹੀਆਂ ਨੇ, ਜਿਹੜੀਆਂ ਵੀ ਏਜੰਸੀਆਂ ਇਹਨਾਂ ਘਟਨਾਵਾਂ ਨੂੰ ਕਰਾਉਣ ਦੇ ਲਈ ਜ਼ਿੰਮੇਵਾਰ ਨੇ, ਉਹਨਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਿੱਖਾਂ ਦੇ ਸਬਰ ਦਾ ਪਿਆਲਾ ਜਿਹੜਾ ਹੈ ਉਹ ਭਰ ਚੁੱਕਿਆ। ਅਸੀਂ ਇਹਨੂੰ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕਰਾਂਗੇ। ਤੇ ਮੈਂ ਸਿੱਖ ਜਗਤ ਨੂੰ ਵੀ ਇਹ ਅਪੀਲ ਕਰਦਾ ਕਿ ਜੇ ਕਿਤੇ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤੇ ਸੰਗਤ ਉਸ ਦੁਸ਼ਟ ਦੋਸ਼ੀ ਨੂੰ ਮੌਕੇ ਦੇ ਉੱਤੇ ਜਿਹੜਾ ਫੜ ਕੇ ਸੋਧਾ ਲਾ ਦਿੰਦੀ ਹੈ ਤੇ ਉਹਦੀ ਜ਼ਿੰਮੇਵਾਰ ਜਿਹੜੀ ਹੈ ਸਿਰਫ ਤੇ ਸਿਰਫ ਸਰਕਾਰ ਹੋਏਗੀ
ਤੇ ਜਾਂ ਫਿਰ ਉਹ ਦੁਸ਼ਟ ਦੁਖੀ ਖੁਦ ਹੋਏਗਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਸ ਮੰਦਭਾਗੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ। ਮੁੱਖ ਮੰਤਰੀ ਨੇ ਸੂਬੇ ਦੀ ਪੁਲਿਸ ਅਥਾਰਟੀ ਨੂੰ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ ਨੇ ਤਾਂ ਕਿ ਇਸ ਕਾਰਵਾਈ ਦੇ ਪਿੱਛੇ ਜੋ ਅਸਲ ਸਾਜ਼ਿਸ਼ ਘਾੜੇ ਨੇ ਉਹਨਾਂ ਤੱਕ ਪਹੁੰਚਿਆ ਜਾ ਸਕੇ। ਮੁੱਖ ਮੰਤਰੀ ਚੰਨੀ ਨੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਫੋਨ ਕਰਕੇ ਸਰਕਾਰ ਦੇ ਵੱਲੋਂ ਇਸ ਮਸਲੇ ਦੇ ਵਿੱਚ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਅੱਜ ਜੋ ਦਰਦਨਾਕ ਘਟਨਾ ਦਰਬਾਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੋਈ ਹੈ, ਉਹਦੇ ਤੇ ਜਿੰਨਾ ਵੀ ਦੁੱਖ ਪ੍ਰਗਟ ਕਰੋ ਥੋੜਾ ਹੈ। ਇਹ ਅਨਬੇਅਰੇਬਲ ਹੈ। ਇਹ ਹੁਣ ਕੌਮ ਸਹਾਰ ਨਹੀਂ ਸਕਦੀ ਏਡੀ ਵੱਡੀ ਬੇਇੱਜ਼ਤੀ, ਏਡੀ ਬੇਅਦਬੀ। ਔਰ ਇਹਦੇ 'ਚ ਇਹਦੀ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ ਤੇ ਇਹ ਸਾਜ਼ਿਸ਼ ਨੂੰ ਬੇਨਕਾਬ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਮੈਂ ਸੈਂਟਰਲ ਗਵਰਨਮੈਂਟ ਜਾਂ ਕੋਈ ਜੁਡੀਸ਼ੀਅਲ ਏਜੰਸੀ ਇਹਦੀ ਵੱਡੀ ਇਨਕੁਆਇਰੀ ਕਰੇ ਤਾਂ ਕਿ ਜਿਹੜਾ ਲੋਕਾਂ ਦੇ ਹਿਰਦੇ ਅੱਜ ਇੰਨੇ ਉਹਨਾਂ ਦੇ ਸੱਟ ਵੱਜੀ ਹੈ, ਉਹਨਾਂ ਨੂੰ ਇਸ ਚੀਜ਼ ਦੀ ਪਤਾ ਲੱਗ ਸਕੇ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਲੀਡਰ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਪੁਰਜ਼ੋਰ ਸ਼ਬਦਾਂ ਦੇ ਵਿੱਚ ਇਸ ਮੰਦਭਾਗੀ ਘਟਨਾ ਦੀ ਨਿਖੇਧੀ ਕੀਤੀ ਹੈ। ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਜ਼ਿਸ਼ ਘੜਨ ਵਾਲਿਆਂ ਦਾ ਪਤਾ ਲਾਇਆ ਜਾਵੇ, ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਮਿਸਾਲੀ ਸਜ਼ਾ, ਸਖਤ ਸਜ਼ਾ ਦਿਵਾਈ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਦਾ ਸ਼ਾਂਤਮਈ ਮਾਹੌਲ ਖਰਾਬ ਕਰਨ ਦੇ ਲਈ ਸਮਾਜ ਵਿਰੋਧੀ ਤੱਤਾਂ ਦੇ ਵੱਲੋਂ ਅਜਿਹੀਆਂ ਕੁਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਮਜਬੂਰੀ ਦੇ ਵਿੱਚ ਹੁਣ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਪਿਆ ਹੈ। ਨਾ ਸਾਨੂੰ ਪੁਲਿਸ ਨੇ ਇਨਸਾਫ ਦਿੱਤਾ, ਨਾ ਸਾਨੂੰ ਸਰਕਾਰਾਂ ਨੇ ਇਨਸਾਫ ਦਿੱਤਾ ਤੇ ਜੋ ਸਿੰਘਾਂ ਨੇ ਸੌਦਾ ਲਾਇਆ ਹੈ ਤੁਰੰਤ ਇਨਸਾਫ ਕੀਤਾ ਹੈ। ਬਿਲਕੁਲ ਸਾਡੀਆਂ ਰਵਾਇਤਾਂ ਦੇ ਮੁਤਾਬਿਕ ਹੈ ਕਿਉਂਕਿ ਸਾਡੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਤੋਂ ਉੱਪਰ ਹੋਰ ਕੁਝ ਵੀ ਨਹੀਂ ਹੈ। ਸਿੰਘ ਸਾਹਿਬ ਨੇ ਕਿਹਾ ਕਿ ਅੱਗੇ ਵੀ ਜੇ ਕਿਤੇ ਬੇਅਦਬੀ ਦੀ ਘਟਨਾ ਵਾਪਰੇਗੀ ਤਾਂ ਅਜਿਹਾ ਹੀ ਇਨਸਾਫ ਕੀਤਾ ਜਾਵੇਗਾ ਤੇ ਹੁਣ ਸਾਨੂੰ ਇਨਸਾਫ ਦੀ ਆਸ ਇਹਨਾਂ ਦੁਨਿਆਵੀ ਅਦਾਲਤਾਂ ਜਾਂ ਫਿਰ ਦੁਨਿਆਵੀ ਪੁਲਿਸ ਤੋਂ ਨਹੀਂ ਹੈ। ਕਿਵੇਂ ਦੇਖ ਰਹੇ ਹੋ ਤੁਸੀਂ ਇਸ ਘਟਨਾ ਨੂੰ? ਇਹਨੂੰ ਦੇਖ ਰਹੇ ਅਸੀਂ ਕਿ ਸੀਰੀਅਲ ਵਾਈਜ਼ ਲਗਾਤਾਰ ਲੜੀਵਾਰ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਤੇ ਉਹਨਾਂ ਦੀ ਉਸ ਬੇਅਦਬੀ ਦਾ ਹੱਲ ਕਰਨ ਲਈ ਨਾ ਤੇ ਸੈਂਟਰ ਸਰਕਾਰ ਨਾ ਪੰਜਾਬ ਸਰਕਾਰ ਕੋਈ ਹੱਲ ਕੱਢਣ ਦੀ ਬਜਾਏ ਇਹ ਤਮਾਸ਼ਾ ਦੇਖ ਰਹੀ ਆ। ਤੇ ਹੁਣ ਸਾਡੇ ਲਈ ਇਹ ਬੜੀ ਹਰੇਕ ਸਿੱਖ ਲਈ ਬੜਾ ਚਿੰਤਾ ਦਾ ਵਿਸ਼ਾ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਜਾਂ ਕਰਨ ਵਾਲੇ ਨੇ ਜੇਬ 'ਚ ਪਾਇਆ ਹੋਣਾ ਸਰਟੀਫਿਕੇਟ ਪਾਗਲ ਹੋਣ ਦਾ। ਤੇ ਉਹਦੇ ਲਈ ਅਸੀਂ ਬੜਾ ਚਿੰਤਤ ਹੋ ਰਹੇ। ਸ਼ੁਰੂ ਤੋਂ ਹਰੇਕ ਸਿੱਖ ਚਿੰਤਤ ਹੋ ਰਿਹਾ। ਹੁਣ ਤੇ ਦੋ ਗੱਲਾਂ ਨੇ, ਜਾਂ ਤੇ ਸਰਕਾਰ ਕਾਨੂੰਨ ਬਣਾਵੇ ਕਿ ਕਿਸੇ ਵੀ ਧਰਮ ਦੀ ਬੇਇੱਜ਼ਤੀ ਕਰਨ ਵਾਲਾ, ਬੇਆਬਰੂ ਕਰਨ ਵਾਲਾ ਕਿਸੇ ਵੀ ਧਰਮ ਨੂੰ ਉਹਨੂੰ ਮੌਤ ਦੀ ਸਜ਼ਾ, ਜਾਂ ਫਿਰ ਸਿੱਖਾਂ ਨੂੰ ਇਹ ਅਪਣਾਉਣਾ ਪਊਗਾ ਕਿ ਸੁੱਕਾ ਨਾ ਜਾਵੇ। ਜੀ ਯਾਨੀ ਕਿ ਤੁਹਾਡੇ ਮੁਤਾਬਿਕ ਜਿਹੜਾ ਇਹ ਮੌਕੇ ਤੇ ਸਜ਼ਾ ਦਿੱਤੀ ਗਈ ਹੈ ਬਿਲਕੁਲ ਸਹੀ ਹੈ, ਬਿਲਕੁਲ ਜਾਇਜ਼ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਡੇ ਕੋਲ ਕੋਈ ਰਸਤਾ ਨਹੀਂ ਜੀ, ਇਹ ਸਾਡੀ ਮਜਬੂਰੀ ਹੈ ਜੀ। ਤੇ ਅਸੀਂ ਆਪਣੇ ਹਰ ਇੱਕ ਜਿਹੜੀ ਬਰਦਾਸ਼ਤ ਕਰ ਸਕਦੇ ਹਾਂ, ਹਰ ਇੱਕ ਬਦਤਮੀਜ਼ੀ ਬਰਦਾਸ਼ਤ ਕਰ ਸਕਦੇ ਹਾਂ। ਗੁਰੂ ਦੇ ਕਾਤਲ ਨੂੰ, ਗੁਰੂ ਦੇ ਵਿਰੋਧੀ ਨੂੰ, ਗੁਰੂ ਦੇ ਨਿੰਦਕ ਨੂੰ ਅਸੀਂ ਨਹੀਂ ਬਖਸ਼ ਸਕਦੇ। ਤੇ ਸਿੰਘ ਸਾਹਿਬ, ਸੋਸ਼ਲ ਮੀਡੀਆ ਦੇ ਉੱਤੇ ਨਾਲ ਹੀ ਹੁਣ ਇੱਕ ਹੋਰ ਧੜਾ ਖੜਾ ਹੋ ਗਿਆ ਜਿਹੜਾ ਕਹਿ ਰਿਹਾ ਇਹ ਤਾਲਿਬਾਨੀਆਂ ਵਾਲਾ ਕੰਮ ਕੀਤਾ ਹੈ, ਉਹਨਾਂ ਨੂੰ ਕੀ ਜਵਾਬ ਹੈ? ਨਹੀਂ, ਉਹ ਜੋ ਮਰਜ਼ੀ ਕਹਿਣ, ਉਹ ਉਹਨਾਂ ਦਾ ਧਰਮ ਆ। ਸਾਡਾ ਜੋ ਫਰਜ਼ ਬਣਦਾ ਹੈ, ਉਹ ਸਾਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਸੀਰੀਅਲ ਵਾਈਜ਼ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰ-ਬਾਰ ਹੋ ਰਹੀ ਆ, ਬਾਰ-ਬਾਰ ਲੜੀਵਾਰ ਅਪਰਾਧ ਹੋ ਰਹੇ ਨੇ ਤੇ ਇਹੀ ਜਿਹੜੇ ਤਾਲਿਬਾਨੀ ਕਹਿਣ ਵਾਲੇ ਲੋਕ ਨੇ, ਹੋ ਸਕਦਾ ਇਹੀ ਉਹਦੇ ਪਿੱਛੇ ਹੋਣ। ਸਾਨੂੰ ਪਤਾ ਨਹੀਂ, ਇਹ ਤੇ ਪੁਲਿਸ ਦਾ ਕੰਮ ਹੈ ਉਹਨਾਂ ਨੂੰ ਆਇਡੈਂਟੀਫਾਈ ਕਰਨਾ। ਤੇ ਬਾਕੀ ਸਾਨੂੰ ਕੋਈ ਚਿੰਤਾ ਨਹੀਂ, ਕੋਈ ਕੁਛ ਕਹੇ, ਸਾਡੀ ਇਹ ਮਜਬੂਰੀ ਬਣੀ ਪਈ ਆ। ਅਸੀਂ ਇਹ ਕਹਿਣ ਲਈ ਮਜਬੂਰ ਆ ਕਿ ਜਿਹੜਾ ਵੀ ਗੁਰੂ ਘਰ ਚ ਆ ਕੇ, ਹਰਿਮੰਦਰ ਸਾਹਿਬ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਜਿੱਥੇ ਵੀ ਹਜ਼ੂਰੀ ਹੋਵੇ, ਉੱਥੇ ਆ ਕੇ ਬਦਤਮੀਜ਼ੀ ਕਰਦਾ ਹੈ, ਉਹ ਸੁੱਕਾ ਨਹੀਂ ਜਾਣਾ ਚਾਹੀਦਾ। ਐਸਜੀਪੀਸੀ ਮੈਂਬਰ ਅਤੇ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੱਲ ਕੈੜੀ ਅੱਖ ਨਾਲ ਦੇਖਣ ਵਾਲਾ ਦੋਖੀ ਬਖਸ਼ਿਆ ਨਹੀਂ ਜਾਵੇਗਾ। ਹਰਿਮੰਦਰ ਵੱਲ ਜਦੋਂ ਵੀ ਕਿਸੇ ਨੇ
ਗਹਿਰੀ ਅੱਖ ਕਰਕੇ ਵੇਖਣ ਦਾ ਯਤਨ ਕੀਤਾ। ਭਾਵੇਂ ਉਹ ਅਬਦਾਲੀ ਸੀ, ਭਾਵੇਂ ਉਹ ਨਾਦਰ ਸ਼ਾਹ ਸੀ, ਭਾਵੇਂ ਉਹ ਜਹਾਨ ਖਾਂ ਸੀ ਤੇ ਭਾਵੇਂ ਉਹ ਮੱਸਾ ਰੰਗੜ ਸੀ ਜਾਂ ਕੋਈ ਸਮੇਂ ਦਾ ਹੋਰ ਹੁਕਮਰਾਨ, ਭਾਵੇਂ ਆਜ਼ਾਦ ਭਾਰਤ ਦੀ ਧਰਤੀ ਤੇ ਮਿਸਿਜ਼ ਇੰਦਰਾ ਗਾਂਧੀ ਸੀ, ਜਿਸ ਨੇ ਵੀ ਹਰਮੰਦਰ ਦੀ ਬੇਹੁਰਮਤੀ ਕਰਨ ਦਾ ਯਤਨ ਕੀਤਾ, ਟੈਂਕਾਂ ਤੋਪਾਂ ਨਾਲ ਹਮਲੇ ਕੀਤੇ, ਹਰਮੰਦਰ ਦੀ ਪਰਿਕਰਮਾ ਵਿੱਚ ਸਿੱਖੀ ਸ਼ਹੀਦ ਕੀਤੀ, ਤਾਂ ਖਾਲਸਾ ਪੰਥ ਨੇ ਉਸ ਨੂੰ ਮੋਹ ਤੋੜਵਾਂ ਜਵਾਬ ਦਿੱਤਾ। ਪੰਜਾਬ ਸਰਕਾਰ ਨੂੰ ਉਚੇਚੇ ਤੌਰ ਤੇ ਚੇਤਾਵਨੀ ਦੇਣਾ ਚਾਹੁੰਦਾ ਕਿ ਖਾਲਸਾ ਪੰਥ ਦੇ ਸਬਰ ਦਾ ਪਿਆਲਾ ਹੁਣ ਭਰ ਚੁੱਕਿਆ। ਕਿਸੇ ਵੀ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਗੁਰਦੁਆਰੇ ਸਾਹਿਬਾਨ ਦੀ ਜਾਂ ਸਿੱਖਾਂ ਦੇ ਕਕਾਰਾਂ ਦੀ ਬੇਅਦਬੀ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਭਵਿੱਖ ਵਿੱਚ ਜੇ ਕਿਸੇ ਨੇ ਅਜਿਹਾ ਯਤਨ ਕੀਤਾ ਤਾਂ ਖਾਲਸਾ ਪੰਥ ਦੇ ਗੁੱਸੇ ਅਤੇ ਰੋਹ ਦਾ ਸ਼ਿਕਾਰ ਹੋਇਆ, ਉਹਦੀ ਜ਼ਿੰਮੇਵਾਰ ਸਰਕਾਰ ਹੋਏਗੀ, ਖਾਲਸਾ ਪੰਥ ਨਹੀਂ। ਤੇ ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਜੁੜੇ ਹੋਏ ਨੇ, ਉਹਨਾਂ ਦੇ ਵੀ ਇੱਕੋ ਜਿਹੇ ਪ੍ਰਤੀਕਰਮ ਸਾਹਮਣੇ ਆ ਰਹੇ ਨੇ। ਚਾਹੇ ਕੋਈ ਸਿੱਖ ਅੰਮ੍ਰਿਤਧਾਰੀ ਹੈ ਨਹੀਂ ਹੈ, ਪਰ ਸਭ ਦੇ ਅੰਦਰ ਜਿਹੜਾ ਰੋਹ ਹੈ ਇਸ ਘਟਨਾ ਦਾ, ਜਿਹੜਾ ਇੱਕ ਜਜ਼ਬਾ ਹੈ, ਉਹ ਇੱਕੋ ਜਿਹਾ ਹੀ ਦਿਖਾਈ ਦੇ ਰਿਹਾ ਹੈ। ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਰੇ, ਇਹ ਤੁਕਾਂ ਲਿਖ ਕੇ ਸਾਰੇ ਇਸ ਹੋਏ ਇਨਸਾਫ ਨੂੰ, ਜਾਂ ਕਹਿ ਦਈਏ ਕਿ ਸਿੱਖਾਂ ਵੱਲੋਂ ਕੀਤੇ ਖੁਦ ਇਨਸਾਫ ਦੀ ਪ੍ਰਸ਼ੰਸਾ ਕਰ ਰਿਹਾ ਹੈ। ਇਸ ਮੌਕੇ ਬਹੁਤ ਹੀ ਖਾਸ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਭਾਈ ਬਲਜੀਤ ਸਿੰਘ ਦੀ। ਗਿਆਨੀ ਬਲਜੀਤ ਸਿੰਘ ਉਸ ਵਕਤ ਸੋਦਰ ਰਹਿਰਾਸ ਸਾਹਿਬ ਦੀ ਬਾਣੀ ਪੜ੍ਹ ਰਹੇ ਸੀ ਜਦੋਂ ਇੱਕਦਮ ਇਹ ਜਿਹੜਾ ਦੋਸ਼ੀ ਟੱਪ ਕੇ ਜੰਗਲਾਂ ਅੰਦਰ ਵੜਦਾ ਹੈ, ਤਾਂ ਉਹਨਾਂ ਦੇ ਪਾਠ ਦੀ, ਉਹਨਾਂ ਦੀ ਗੁਰਬਾਣੀ ਪੜ੍ਹਨ ਦੀ ਲੈ ਇੱਕ ਸਕਿੰਟ ਲਈ ਵੀ ਨਹੀਂ ਟੁੱਟੀ। ਹਾਲਾਂਕਿ ਉਹਨਾਂ ਦਾ ਹੱਥ ਵੀ ਹਿੱਲ ਗਿਆ ਸੀ, ਮਾਈਕ ਵੀ ਹਿੱਲ ਗਿਆ ਸੀ, ਪਰ ਉਹਨਾਂ ਦੀ ਜ਼ੁਬਾਨ ਨਹੀਂ ਹਿੱਲੀ ਅਤੇ ਉਹਨਾਂ ਦੀ ਬਹੁਤ ਪ੍ਰਸ਼ੰਸਾ ਸਿੱਖ ਸੰਗਤ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਸਾਰੇ ਵਰਤਾਰੇ ਨੂੰ ਅਕਾਲ ਪੁਰਖ ਦੀ ਰਹਿਮਤ ਹੀ ਦੱਸਿਆ ਜਾ ਰਿਹਾ ਹੈ। ਸੋ ਸਿੱਖਾਂ ਦੇ ਮੁਕੱਦਸ ਅਸਥਾਨ ਦੇ ਵਿੱਚ ਵਾਪਰੀ ਇਸ ਮੰਦਭਾਗੀ ਘਟਨਾ ਨੇ ਇੱਕ ਵਾਰੀ ਤਾਂ ਸਾਰੇ ਸਿੱਖਾਂ ਨੂੰ ਧੁਰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਸੀ ਕਿ ਦੁਸ਼ਮਣ ਦੀ ਪਹੁੰਚ ਇੱਥੋਂ ਤੱਕ ਵੀ ਹੋ ਗਈ ਹੈ। ਪਰ ਜਦੋਂ ਆਪ ਹੀ ਸਿੱਖਾਂ ਨੇ ਇਨਸਾਫ ਕੀਤਾ ਤਾਂ ਹੁਣ ਸਾਰੇ ਸੰਤੁਸ਼ਟ ਨੇ ਅਤੇ ਉਹਨਾਂ ਨੂੰ ਸ਼ਾਇਦ ਇੱਕ ਰਾਹ ਵੀ ਮਿਲ ਗਿਆ ਕਿ ਹੁਣ ਜਿੱਥੇ ਕਿਤੇ ਵੀ ਬੇਅਦਬੀ ਹੋਏਗੀ, ਇਨਸਾਫ ਇਸੇ ਤਰ੍ਹਾਂ ਕਰਨਾ ਪਵੇਗਾ। ਸਰਕਾਰਾਂ ਦੇ ਮੂੰਹ ਵੱਲ ਦੇਖਦੇ ਸਾਨੂੰ ਬੜੇ ਸਾਲ ਹੋ ਗਏ, ਦਹਾਕੇ ਹੋ ਗਏ।